ਪ੍ਰਾਈਵੇਟ ਸਕੂਲਾਂ ਵੱਲੋਂ ਐਨੂਅਲ ਚਾਰਜਸ ਅਤੇ ਵਾਧੂ ਫੀਸਾਂ ਵਸੂਲੇ ਜਾਣ ਦਾ ਮੁੱਦਾ ਇੱਕ ਵਾਰ ਫਿਰ ਜ਼ੋਰ ਫੜਦਾ ਨਜ਼ਰੀ ਆ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਕਾਰਨ ਚੱਲ ਰਹੀ ਆਰਥਿਕ ਮੰਦਹਾਲੀ ਦੇ ਦੌਰ ਵਿੱਚ ਜਦੋਂ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਆਪਣੇ ਘਰਾਂ ਦੇ ਅਤਿ ਜ਼ਰੂਰੀ ਖਰਚ ਕਰਨੇ ਵੀ ਬਹੁਤ ਮੁਸ਼ਕਲ ਜਾਪ ਰਹੇ ਹਨ, ਤਾਂ ਅਜਿਹੇ ਵਿੱਚ ਨਿੱਜੀ ਸਕੂਲਾਂ ਵੱਲੋਂ ਸਾਲਾਨਾ ਚਾਰਜ ਦੀ ਮੰਗ ਅਤੇ ਫੀਸਾਂ ਵਿੱਚ ਕੀਤਾ ਗਿਆ ਵਾਧਾ ਮਾਪਿਆਂ ਲਈ ਸਹਿਣ ਤੋਂ ਬਾਹਰ ਪ੍ਰਤੀਕ ਹੋ ਰਿਹਾ ਹੈ। ਇਸੇ ਰੋਸ ਵਜੋਂ ਅੱਜ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਗੁਰੇਆਂ ਦੇ ਸ਼੍ਰੀ ਹਨੂੰਮੰਤ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬਾਹਰੀ ਗੇਟ ਮੂਹਰੇ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਲਗਾਇਆ ਗਿਆ। ਇਸ ਮੌਕੇ ਤੇ ਮਾਪਿਆਂ ਵੱਲੋਂ ਸਕੂਲ ਪ੍ਰਸ਼ਾਸਨ ਤੇ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਨੂੰ ਸਾਲਾਨਾ ਚਾਰਜਸ ਅਤੇ ਵਧਾਈਆਂ ਗਈਆਂ ਟਿਊਸ਼ਨ ਫੀਸਾਂ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਬੱਚਿਆਂ ਦੇ ਨਾਮ ਕੱਟਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਤੇ ਮਾਪਿਆਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਆਰਤੀ ਸੋਭਤੀ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ, ਜਿਸ ਵਿੱਚ ਐਨੂਅਲ ਚਾਰਜਸ ਮੁਆਫ ਕਰਨ, ਟਿਊਸ਼ਨ ਫੀਸ ਵਿੱਚ 50% ਦੀ ਛੋਟ ਦੇਣ, ਟਰਾਂਸਪੋਰਟ ਫੀਸ ਘੱਟ ਕਰਨ ਤੋਂ ਇਲਾਵਾ ਹੋਰ ਮੰਗਾਂ ਸ਼ਾਮਲ ਸਨ। ਇਸ ਮੌਕੇ ਤੇ ਆਗੂਆਂ ਅਤੇ ਮਾਪਿਆਂ ਵੱਲੋਂ ਕਿਹਾ ਗਿਆ ਕਿ ਜੇਕਰ 17 ਅਗਸਤ ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਕੂਲ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਜਾਵੇਗਾ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਆਰਤੀ ਸੋਭਤੀ ਨੇ ਕਿਹਾ ਕਿ ਉਹਨਾਂ ਨੂੰ ਮਾਪਿਆਂ ਦੀਆਂ ਮੰਗਾਂ ਮਿਲ ਗਈਆਂ ਹਨ ਅਤੇ ਸਕੂਲ ਕਮੇਟੀ ਇਹਨਾਂ ਤੇ ਵਿਚਾਰ ਕਰਕੇ ਬੱਚਿਆਂ ਦੀ ਬੇਨਤੀ ਦੇ ਲਈ ਹਰ ਸੰਭਵ ਯਤਨ ਕਰੇਗੀ। 30% ਕਟੌਤੀ ਕੀਤੀ ਜਾਵੇ ਕਿਉਂਕਿ ਆਰਥਿਕ ਤੌਰ ਦੇ ਉੱਤੇ ਮਾਪਿਆਂ ਦੇ ਹਾਲਾਤ ਠੀਕ ਨਹੀਂ। ਦੂਸਰਾ ਕਿ ਟਿਊਸ਼ਨ ਫੀਸ ਤੋਂ ਇਲਾਵਾ ਸਾਡੇ ਕੋਲੋਂ ਕੋਈ ਹੋਰ ਚਾਰਜ ਨਾ ਵਸੂਲਿਆ ਜਾਵੇ। ਜਬਰੀ ਸਾਡੇ ਕੋਲੋਂ ਐਨੂਅਲ ਚਾਰਜਸ ਜਾਂ ਸਾਡੇ ਕੋਲੋਂ ਬਿਲਡਿੰਗ ਫੰਡ ਜਾਂ ਕੋਈ ਅਦਰ ਚਾਰਜਸ। ਤੀਸਰਾ ਜਿਹੜੀਆਂ ਸਕੂਲ ਵੱਲੋਂ ਕਿਤਾਬਾਂ ਦਿੱਤੀਆਂ ਜਾਂਦੀਆਂ ਉਹ ਕਿਤਾਬਾਂ ਦੇ ਵਿੱਚ ਜਿਹੜੀਆਂ ਵੀ ਤੁਸੀਂ ਕਿਤਾਬਾਂ ਰეკਮੈਂਡ ਕਰਦੇ ਹੋ, ਚਾਹੇ ਸਕੂਲ ਦੇ ਅੰਦਰੋਂ ਮਿਲਦੀਆਂ ਜਾਂ ਸਕੂਲ ਦੀ ਕਿਸੇ ਵੀ ਰეკਮੈਂਡ ਕੀਤੀ ਹੋਈ ਦੁਕਾਨ ਤੋਂ ਮਿਲਦੀਆਂ, ਉਹਦੇ ਵਿੱਚ ਇੱਕ ਨਿੱਕਾ ਪੈਸਾ ਵੀ ਜਿਹੜਾ ਆ ਉਹ ਡਿਸਕਾਊਂਟ ਨਹੀਂ ਮਿਲਦਾ ਮਾਪਿਆਂ ਨੂੰ। ਜਦ ਕਿ ਆਪਾਂ ਜਲੰਧਰ ਦੇ ਵਿੱਚ ਜਾਂਦੇ ਆ, ਮਾਈ ਹੀਰਾ ਗੇਟ ਦੇ ਵਿੱਚ ਕਿਤਾਬਾਂ ਦਾ ਪੂਰਾ ਸਮੁੰਦਰ ਆ, ਉੱਥੇ ਇੱਕ ਬੁੱਕ ਵੀ ਆਪਾਂ ਲਈਏ 30% ਮਿਨੀਮਮ ਡਿਸਕਾਊਂਟ ਮਿਲਦਾ, ਜਦੋਂ ਮੁੱਠੇ ਚੱਕਦੇ ਆ 50% ਤੱਕ ਡਿਸਕਾਊਂਟ ਮਿਲਦਾ। ਲੇਕਿਨ ਮਾਪਿਆਂ ਨੂੰ ਇੱਕ ਨਿੱਕਾ ਪੈਸਾ ਵੀ ਜਿਹੜਾ ਨਹੀਂ ਛੱਡਿਆ ਜਾ ਰਿਹਾ। ਤੋਂ ਇਸ ਕਰਕੇ ਕਿਤਾਬਾਂ ਜਿਹੜੀਆਂ ਤੁਸੀਂ ਮਰਜ਼ੀ ਲਗਾਓ, ਲੇਕਿਨ ਕਿਤਾਬਾਂ ਉਹ ਲਗਾਈਆਂ ਜਾਣ ਜਿਹੜੀਆਂ ਸਾਨੂੰ ਮਾਰਕੀਟ ਦੇ ਵਿੱਚ ਅਵੇਲੇਬਲ ਹੋਣ, ਕਿਸੇ ਵੀ ਦੁਕਾਨ ਤੋਂ ਅਸੀਂ ਲੈ ਸਕੀਏ, ਉਹ ਕਿਤਾਬਾਂ ਲਗਾਈਆਂ ਜਾਣ। ਇਸ ਤੋਂ ਇਲਾਵਾ ਵਰਦੀਆਂ ਦੇ ਵਿੱਚ ਸਾਡੀ ਲੁੱਟ ਹੋ ਰਹੀ ਆ। ਸਕੂਲ ਚਾਹੇ ਆਪਣੇ ਕੋਲੋਂ ਦੇਵੇ ਤੇ ਚਾਹੇ ਕਿਸੇ ਦੁਕਾਨ ਤੋਂ ਸਾਨੂੰ ਲੈਣੀਆਂ ਪੈਣ, ਉਹ ਸਾਡੀ ਮਜਬੂਰੀ ਇਸ ਕਰਕੇ ਬਣਦੀ ਆ ਕਿਉਂਕਿ ਵਰਦੀਆਂ ਦੇ ਉੱਤੇ ਸਕੂਲ ਦਾ ਲੋਗੋ ਲੱਗਾ ਹੋਇਆ ਔਰ ਉਹ ਸਾਡੀ ਮਜਬੂਰੀ ਆ ਵਰਦੀ ਉੱਥੋਂ ਲੈਣਾ। ਸਾਨੂੰ ਸਕੂਲ ਦਾ ਟਾਈ, ਬੈਲਟ ਔਰ ਬੈਚ, ਤਿੰਨ ਚੀਜ਼ਾਂ ਸਕੂਲ ਪ੍ਰੋਵਾਈਡ ਕਰਾਵੇ, ਉਹਦੀ ਜੋ ਵੀ ਵਾਜਬ ਕੀਮਤ ਹੋਵੇ, 100 ਹੋਵੇ, 150 ਹੋਵੇ, 200 ਹੋਵੇ, ਉਹ ਸਕੂਲ ਲੈ ਲਵੇ। ਅਸੀਂ ਵਰਦੀ ਆਪਣੇ ਬੱਚੇ ਨੂੰ ਚਾਹੇ 50 ਰੁਪਏ ਮੀਟਰ ਵਾਲੀ ਪਵਾਈਏ, ਚਾਹੇ 500 ਰੁਪਏ ਮੀਟਰ ਵਾਲੀ ਪਵਾਈਏ। ਔਰ ਕਈ ਪੇਰੈਂਟਸ ਇਦਾਂ ਦੇ ਵੀ, ਕਈ ਸਾਡੀਆਂ ਭੈਣਾਂ, ਕਈ ਸਾਡੇ ਵੀਰ ਇਦਾਂ ਦੇ ਹੈਗੇ ਆ ਜਿਹੜੇ ਟੇਲਰਿੰਗ ਦਾ ਕੰਮ ਵੀ ਕਰਦੇ ਆ, ਉਹ ਆਪਣੇ ਘਰ 'ਚ ਵੀ ਬੱਚੇ ਨੂੰ ਵਰਦੀ ਸਿਊ ਕੇ ਦੇ ਸਕਦੇ ਆ। ਸਾਡੀ ਮਜਬੂਰੀ ਨਾ ਬਣਾਈ ਜਾਵੇ ਕਿ ਅਸੀਂ ਉਸ ਦੁਕਾਨ ਤੋਂ ਹੀ ਲੈਣੀ, ਕਿਉਂਕਿ ਉਹ ਤੁਹਾਡਾ ਜਿਹੜਾ ਲੋਗੋ ਆ ਉਹਦੇ ਕਰਕੇ ਵਰਦੀ ਖਰੀਦਣਾ ਮਾਪਿਆਂ ਦੀ ਮਜਬੂਰੀ ਆ। ਤਾਂ ਸਾਨੂੰ ਟਾਈ, ਬੈਲਟ ਔਰ ਬੈਚ ਜਿਹੜਾ ਹੈਗਾ ਇਹ ਪ੍ਰੋਵਾਈਡ ਕਰਵਾਇਆ ਜਾਵੇ। ਔਰ ਨਾਲ ਜਿਹੜਾ ਟਰਾਂਸਪੋਰਟ ਚਾਰਜਸ ਹੈਗੇ ਆ, ਟਰਾਂਸਪੋਰਟ ਚਾਰਜਸ ਜਿਹੜੇ ਹੈਗੇ ਆ, ਹਾਂਜੀ ਡਬਲ ਆ, ਹਾਂਜੀ ਟਰਾਂਸਪੋਰਟ ਚਾਰਜਸ ਕਹਿੰਦੇ ਜਿਹੜੇ ਪਹਿਲੇ ਨਾਲੋਂ ਡਬਲ ਕਰ ਦਿੱਤੇ ਗਏ ਆ। ਉਹ ਟਰਾਂਸਪੋਰਟ ਚਾਰਜਸ ਜਿਹੜੇ ਹੈਗੇ ਆ ਜੋ ਪਹਿਲਾਂ ਚੱਲਦੇ ਸੀ ਉਹੋ ਹੀ ਰੱਖੇ ਜਾਣ, ਉਹਦੇ ਵਿੱਚ ਕੋਈ ਵਾਧਾ ਨਾ ਕੀਤਾ ਜਾਵੇ। ਜੀ ਬਿਲਕੁਲ, ਜਿਹੜਾ ਫੀਸਾਂ ਦੇ ਵਿੱਚ ਵਾਧਾ ਕਹਿੰਦੇ ਆ, ਵਾਧਾ ਜੋ ਕੋਰਟ ਦੀਆਂ, ਜੋ ਸਰਕਾਰ ਦੀਆਂ ਇੰਸਟਰਕਸ਼ਨ ਸੀਗੀਆਂ ਉਹਦੇ ਮੁਤਾਬਕ ਆਪਾਂ 8% ਤੱਕ ਫੀਸ ਵਧਾ ਸਕਦੇ ਸੀ, ਕੋਰਟ ਦੀਆਂ ਇੰਸਟਰਕਸ਼ਨਸ ਜਾਂ ਸਰਕਾਰ ਦੀਆਂ ਹਦਾਇਤਾਂ। ਲੇਕਿਨ ਜਿਹੜਾ ਕਰੋਨਾ ਦਾ ਦੌਰ ਆ, ਕਰੋਨਾ ਦੇ ਦੌਰ ਦੇ ਵਿੱਚ ਫਿਲਹਾਲ ਆਪਾਂ ਅਜੇ ਕਿਸੇ ਵੀ ਫੀਸ ਦੇ ਵਿੱਚ ਵਾਧਾ ਨਹੀਂ ਸੀ ਕਰ ਸਕਦੇ। ਤਾਂ ਉਹ ਜਿਹੜਾ ਵਾਧਾ ਆ ਉਹ ਵੀ ਜਿਹੜਾ ਵਾਪਸ ਲਿਆ ਜਾਵੇ। ਕੋਈ ਵੀ ਫੀਸ ਵਿੱਚ ਵਾਧਾ ਜਿਹੜਾ ਉਹ ਮਾਪੇ ਨਹੀਂ ਦੇ ਸਕਦੇ। ਇਹ ਸਾਡੀਆਂ 5 ਮੁੱਖ ਡਿਮਾਂਡ ਹੈਗੀਆਂ। ਇਹਨਾਂ 5 ਮੰਗਾਂ ਦੇ ਉੱਤੇ ਤੁਸੀਂ ਸਾਨੂੰ ਆਪਣਾ ਫੈਸਲਾ ਦੇ ਦਿਓ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡੀ 5 ਮੈਂਬਰੀ 7 ਮੈਂਬਰੀ ਕਮੇਟੀ ਦੀ ਵੀ ਇਹੀ ਮੰਗ ਆ, ਇਹ ਸਾਰਿਆਂ ਦੇ ਸਾਹਮਣੇ ਵੀ ਤੁਹਾਡੇ ਇਹੀ ਰੱਖ ਦਿੱਤੀ ਆ। ਹਾਂਜੀ, ਸਾਡੇ ਕੋਲ ਜਿਹੜੀ ਪੇਰੈਂਟਸ ਦੀ ਮੁੱਖ ਡਿਮਾਂਡ ਹੈ ਕਿ ਜਦੋਂ ਕੋਈ ਕੱਲਾ ਪੇਰੈਂਟਸ ਆਉਂਦਾ ਤਾਂ ਪ੍ਰਿੰਸੀਪਲ ਮੈਡਮ ਉਹਨਾਂ ਦੇ ਨਾਲ ਕਈਆਂ ਬੱਚਿਆਂ ਦੇ ਨਾਲ ਵੀ ਮਿਸਬਿਹੇਵ ਕਰਦੇ ਨੇ ਤੇ ਪੇਰੈਂਟਸ ਨਾਲ ਵੀ ਕਰਦੇ ਨੇ। ਇਸ ਤੋਂ ਅਗਲੀ ਗੱਲ, ਜਦੋਂ ਤੁਹਾਡੇ ਕੋਲ ਕੋਈ ਰਿਕੁਐਸਟ ਕੀਤੀ ਜਾਂਦੀ ਹੈ
ਤੇ ਤੁਸੀਂ ਪੈਂਦੀ ਸੱਟੇ ਆਪਣਾ ਪੱਲਾ ਝਾੜ ਕੇ ਕਹਿੰਦੇ ਵੀ ਇਹ ਤਾਂ ਮੈਨੇਜਮੈਂਟ ਹੀ ਕਰ ਸਕਦੀ ਆ, ਮੈਂ ਕੁਝ ਨਹੀਂ ਕਰ ਸਕਦੀ, ਮੇਰੇ ਹੱਥ ਵਸ ਕੁਝ ਨਹੀਂ। ਅੱਜ ਅਸੀਂ ਜਿੰਨੇ ਜਣੇ ਆਏ ਆ ਇਸ ਗੱਲ ਦਾ ਨਿਪਟਾਰਾ ਕਰਨ ਆਏ ਆ। ਚਾਹੇ ਤੁਸੀਂ ਆਪਣੇ ਮੈਨੇਜਮੈਂਟ ਦੇ ਜਿਹੜੇ ਹੈੱਡ ਨੇ ਉਹਨਾਂ ਨੂੰ ਬੁਲਾ ਲਓ, ਜਿਹੜੇ ਤੁਹਾਡੇ ਅਧਿਕਾਰ ਵਿੱਚ ਨੇ ਤੁਸੀਂ ਅੱਜ ਡਿਸੀਜਨ ਦੇ ਦਿਓ, ਜਿਹੜੇ ਤੁਹਾਡੇ ਅਧਿਕਾਰ 'ਚ ਨਹੀਂ ਤਾਂ ਜਿਸ ਬੰਦੇ ਦੇ ਅਧਿਕਾਰ ਵਿੱਚ ਆ ਉਹਨੂੰ ਉਨੀ ਦੇਰ ਬੁਲਾ ਲਓ, ਉਨੀ ਦੇਰ ਅਸੀਂ ਇੱਥੇ ਬੈਠੇ। मिस्टर जरनैल नंगल ने जो अपनी सारी डिमांड्स बताई हैं यहाँ पे, जो पेरेंट्स की अपील पे यहाँ पे एक कंप्राइज लिस्ट बताई गई है, आप उसका एक मेमोरेंडम हमें दे दीजिए। उसके अकॉर्डिंगली स्कूल की मैनेजमेंट बैठेगी, जो भी आपकी डिमांड्स लगेंगी जायज़ हैं कुछ भी हैं, वो उनके ऊपर प्रॉपर तरीके से विचार किया जाएगा और पेरेंट्स के पक्ष में ही किया जाएगा, पेरेंट्स के विपक्ष में नहीं किया जाएगा। मेमोरेंडम आप दे दीजिए, मुझे समय दीजिए सो दैट आई कैन हैव अ डिस्कशन विद माय मैनेजमेंट। बाकी ਤੁਸੀਂ ਟਾਈਮ ਲੈ ਲਓ 4 ਦਿਨ, ਤੁਸੀਂ ਟਾਈਮ ਲੈ ਲਓ 5 ਦਿਨ, ਤੁਸੀਂ ਲੈ ਲਓ 1 ਹਫ਼ਤਾ। ਉਨੀ ਦੇਰ ਤੱਕ ਨਾ ਕਿਸੇ ਬੱਚੇ ਕੋਲੋਂ ਕੋਈ ਚਾਰਜ ਮੰਗਿਆ ਜਾਊਗਾ, ਨਾ ਉਨੀ ਦੇਰ ਤੱਕ ਕਿਸੇ ਬੱਚੇ ਦੀ ਪੜ੍ਹਾਈ ਰੋਕੀ ਜਾਊਗੀ। ਨਹੀਂ ਗੱਲ ਤਾਂ ਸੁਣ ਲਓ। ਉਨੀ ਦੇਰ ਤੱਕ ਕਿਸੇ ਬੱਚੇ ਨੂੰ ਕਿਸੇ ਗਰੁੱਪ ਚੋਂ ਰਿਮੂਵ ਜਾਂ ਕਿਸੇ ਦੀ ਪੜ੍ਹਾਈ 'ਚ ਵਿਘਨ ਜਾਂ ਕਿਸੇ ਨੂੰ ਪ੍ਰੈਸ਼ਰਾਈਜ਼ ਇਹ ਕੰਮ ਨਾ ਹੋਵੇ। ਜਿੰਨੇ ਦਿਨ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਅਸਲ ਦੇ ਵਿੱਚ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ। ਔਰ ਰਹੀ ਗੱਲ ਜਿਹੜੀ ਆਪਾਂ ਕਹਿੰਦੇ ਨਾ ਮੈਨੇਜਮੈਂਟ ਦੀ, ਆਪਾਂ ਸਾਰੇ ਹੀ ਜਾਣਦੇ ਆ, ਆਪਾਂ ਜਾਣਦੇ ਆ ਨਾ ਜਦੋਂ ਵੈਸੇ ਤਾਂ ਤੁਸੀਂ ਸੰਸਥਾ ਦੇ ਮੁਖੀ ਹੋ, ਜਿਹੜੀ ਗੱਲ ਲੀਗਲੀ ਆ ਉਹ ਇਹੀ ਆ ਕਿ ਸੰਸਥਾ ਦਾ ਮੁਖੀ ਹੀ ਜਵਾਬਦੇਹ ਆ, ਮੈਨੇਜਮੈਂਟ ਜਵਾਬਦੇਹ ਨਹੀਂ ਹੈ। ਤੁਸੀਂ ਸੰਸਥਾ ਦੇ ਮੁਖੀ ਹੋ, ਪਰ ਮੈਂ ਮੰਨ ਗਿਆ ਜੀ ਗੱਲ, ਮੇਰੀ ਸੁਣ ਲਿਓ ਬੇਨਤੀ। ਜੇ ਇਹ ਤਾਂ ਗੱਲ ਉਹ ਹੈਗੀ ਆ, ਅਸੀਂ ਸਮਝਦੇ ਇਸ ਗੱਲ ਨੂੰ, ਜਿੱਦਾਂ ਫਾਈਨਾਂਸ ਕੰਪਨੀ ਵਾਲਿਆਂ ਕੋਲੋਂ ਜਦੋਂ ਕੋਈ ਲੋਨ ਦੇ ਵਿੱਚ ਮਾਫ ਕਰਾਉਣਾ ਹੋਵੇ ਕਹਿੰਦਾ ਮੈਂ ਪਾਰਟਨਰ ਨੂੰ ਪੁੱਛ ਕੇ ਉਹ ਇਦਾਂ ਹੋ ਜਾਂਦੀ ਆ, ਉਹ ਸਿਰਫ ਬੰਦੇ ਨੂੰ ਟਿਕਾਉਣ ਲਈ। ਲੇਕਿਨ ਤੁਸੀਂ ਪ੍ਰਿੰਸੀਪਲ ਨੂੰ ਤੁਸੀਂ ਇਸ ਗੱਲ ਲਈ ਜਵਾਬ ਦਿਓ, ਤੁਸੀਂ ਸੰਸਥਾ ਦੇ ਮੁਖੀ ਹੋ, ਜੋ ਮਰਜ਼ੀ ਹੋਵੇ ਕਾਨੂੰਨਨ ਜਵਾਬ ਤੁਹਾਨੂੰ ਹੀ ਦੇਣਾ। ਮੈਡਮ ਜੀ ਬੇਨਤੀ ਹੈ ਵੀ 17 ਤਰੀਕ ਨੂੰ ਅਸੀਂ ਦੁਬਾਰਾ ਐਜੀਟੇਸ਼ਨ ਇੱਥੇ ਸ਼ੁਰੂ ਕਰਨਾ ਹੈ। ਅਸੀਂ ਨਹੀਂ ਚਾਹੁੰਦੇ ਸ਼ੁਰੂ ਕਰੀਏ, ਪਰ ਉਹ ਸ਼ੁਰੂ ਕਰਨਾ ਕਿ ਨਹੀਂ ਕਰਨਾ ਇਹ ਤੁਹਾਡੇ ਆਪਣੇ ਹੱਥ ਹੈ। ਜਿਹੜੀਆਂ ਮੰਗਾਂ ਜਰਨੈਲ ਨੰਗਲ ਭਾਜੀ ਨੇ ਤੁਹਾਡੇ ਸਾਹਮਣੇ ਰੱਖੀਆਂ ਉਹ ਅਸੀਂ ਲਿਖਤੀ ਤੌਰ ਤੇ ਵੀ ਤੁਹਾਨੂੰ ਦੇਣ ਲੱਗੇ ਆ। ਜੇ ਤੁਸੀਂ ਆਖੋ ਵੀ ਟਰਾਂਸਪੋਰਟ ਦੇ ਜ਼ਿੰਮੇਵਾਰੀ ਸਕੂਲ ਪ੍ਰਸ਼ਾਸਨ ਦੀ ਨਹੀਂ ਹੈ, ਅਸੀਂ ਤੁਹਾਡੇ ਇਸ ਆਨਸਰ ਨਾਲ ਐਗਰੀ ਨਹੀਂ ਹੋਵਾਂਗੇ। ਅਗਲੀ ਗੱਲ, ਸਕੂਲ ਦੇ ਕਿਸੇ ਬੱਚੇ ਨੂੰ ਕਲਾਸ ਵਿੱਚ ਰਿਮੂਵ ਨਾ ਕੀਤਾ ਜਾਵੇ। 17 ਤਰੀਕ ਤੋਂ ਪਹਿਲਾਂ ਤੁਸੀਂ ਸਾਨੂੰ ਗੁੱਡ ਨਿਊਜ਼ ਮੈਨੂੰ ਮੇਰੇ ਫੋਨ ਤੇ ਬੇਸ਼ੱਕ ਦੇ ਦਿਓ, ਕਿਸਾਨ ਯੂਨੀਅਨ ਦੇ ਆਗੂ ਸਾਹਿਬਾਨ ਨੇ, ਬਰਿੰਦਰ ਜੀ ਸਾਡੇ, ਕਿਸੇ ਨੂੰ ਵੀ ਦੇ ਸਕਦੇ ਆ। ਅਸੀਂ ਬੱਚਿਆਂ ਦੇ ਜਿਹੜੇ ਗਰੁੱਪ ਬਣੇ ਹੋਏ ਨੇ ਉਹਨਾਂ ਗਰੁੱਪਾਂ ਦੇ ਵਿੱਚੋਂ ਪੋਸਟ ਪੈ ਜਾਏਗੀ ਤੇ ਸਾਰੀਆਂ ਮੰਗਾਂ ਪ੍ਰਵਾਨ ਹੋ ਗਈਆਂ। ਵੀਰੇ ਸੁਣ ਲਓ, ਮੇਰੇ ਜੇ ਕਿਸੇ ਗੱਲ ਨਾਲ ਸਹਿਮਤ ਨਾ ਹੋਏ ਬਾਤ ਬੋਲ ਦਿਓ, ਉਹ ਤੁਸੀਂ ਗਰੁੱਪਾਂ ਦੇ ਵਿੱਚ ਤੁਸੀਂ ਵੀ ਪਾ ਸਕਦੇ ਹੋ ਵੀ ਤੁਹਾਡੀਆਂ ਮੰਗਾਂ ਮਨਜ਼ੂਰ ਹੋ ਗਈਆਂ। ਅਦਰ ਵੀ ਨਹੀਂ ਮੰਗਾਂ ਹੋਣੀਆਂ ਪੂਰੀਆਂ ਤਾਂ ਫਿਰ ਅਸੀਂ ਇਹ ਤਾਂ ਜੱਜਮੈਂਟ ਕਰ ਲਈ ਵੀ ਤੁਸੀਂ ਅੰਦਰ ਕਿਸੇ ਨੂੰ ਵੜਦੇ ਨਹੀਂ, ਤੇ ਫਿਰ ਬਾਹਰ ਅਸੀਂ ਪੱਕੇ ਤੌਰ ਦੇ ਉੱਤੇ ਤੰਬੂ ਲਗਾ ਲਾਂਗੇ। ਤੇ ਇੱਕ ਮੈਂ ਤੁਹਾਨੂੰ ਅੱਜ ਉਲਾਂਭਾ ਦੇ ਕੇ ਚੱਲਿਆ, ਇਹ ਜਿੰਨੇ ਪੇਰੈਂਟਸ ਨੇ ਤੁਹਾਨੂੰ ਆਏ ਮਹੀਨੇ ਵੀਰੇ ਉੱਚਾ ਚੱਕ ਲਾਇਆ, ਇਹ ਆਏ ਮਹੀਨੇ ਇੰਨੀਆਂ ਪੰਡਾਂ ਰੁਪਈਆਂ ਦੀਆਂ ਦਿੰਦੇ ਨੇ। ਅੱਜ ਇਹ ਸਕੂਲ ਵਾਸਤੇ ਮੇਰੇ ਮਨ ਦੇ ਵਿੱਚ ਐਡੀ ਨਫ਼ਰਤ ਆਈ ਕਿ ਤੁਸੀਂ ਇੱਕ ਪਾਣੀ ਦਾ ਘੁੱਟ ਨਹੀਂ ਮਾਪਿਆਂ ਨੂੰ ਭੇਜ ਸਕੇ। ਇਸ ਜਿਹੜੇ ਪੇਰੈਂਟਸ ਨੇ ਇਹਨਾਂ ਦੀ ਇੰਨੀ ਕੀ ਇੱਜ਼ਤ ਹੈ ਤੁਹਾਡੇ ਸਕੂਲ ਦੇ ਪ੍ਰਸ਼ਾਸਨ ਦੇ ਕੋਲੇ, ਇਟ ਇਜ਼ ਵੈਰੀ ਬੈਡ। ਇੱਦਾਂ ਨਹੀਂ ਕਦੇ ਹੋਣਾ ਚਾਹੀਦਾ। ਤੁਸੀਂ ਆਪਣੇ ਬੱਚਿਆਂ ਦੇ ਪੇਰੈਂਟਸ ਦੀ ਘੱਟੋ ਘੱਟ ਰਿਸਪੈਕਟ ਕਰਿਆ ਕਰੋ। ਸਾਡੀ ਇੱਕੋ ਹੀ ਡਿਮਾਂਡ ਸੀ ਕਿ ਸਾਨੂੰ ਅੰਦਰ ਵਾੜੋ, ਸਾਰੇ ਪੇਰੈਂਟਸ ਨੂੰ ਸ਼ਾਮੇ ਬਿਠਾ ਦਿਓ। ਆਹ ਮੇਰੇ ਹੱਥ ਵਿੱਚ ਲਿਸਟ ਬਣੀ ਹੈ, ਖੋਲ ਕੇ ਤਾਂ ਉੱਪਰ ਨਹੀਂ, ਹੱਥ ਵਿੱਚ ਲਿਸਟ ਬਣੀ ਹੋਈ ਹੈ ਕਿ ਇਹ 8-10 ਬੰਦੇ ਹੀ ਗੱਲ ਕਰਨਗੇ, ਸਾਰੇ ਆਪੋ ਧਾਪੀ ਵਿੱਚ ਗੱਲ ਨਹੀਂ ਕਰਨਗੇ। SHO ਸਾਹਿਬ ਨਾਲ ਵੀ, ਆਤਮਜੀਤ ਭਾਜੀ ਨਾਲ, ਗੁਰਨਾਮ ਭਾਜੀ ਨਾਲ, ਗੁਰਸ਼ਰਨ ਭਾਜੀ ਨਾਲ, ਸਾਰਿਆਂ ਨਾਲ ਮੇਰੀ ਗੱਲ ਹੋਈ ਤੇ ਅਸੀਂ ਕੋਈ ਲੜਨ ਨਹੀਂ ਆਏ। ਆਹ ਲਿਸਟ ਦੇਖੋ, ਸਾਰੇ ਮਾਪੇ ਹੀ ਹੋਣਗੇ ਇਹਨਾਂ ਦੇ। ਅਸੀਂ ਲਿਸਟ ਬਣਾਈ ਸੀ ਵੀ ਇਹਨਾਂ ਬੰਦਿਆਂ ਨੇ ਤੁਹਾਡੇ ਨਾਲ ਗੱਲ ਕਰਨੀ। ਪੁਲਿਸ ਪ੍ਰਸ਼ਾਸਨ ਨੂੰ ਅਸੀਂ ਦਿਖਾਈ, CID ਨੂੰ ਦਿਖਾਈ ਕਿ ਅਸੀਂ ਲੜਨ ਨਹੀਂ ਆਏ, ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਆ। ਪਰ ਤੁਸੀਂ ਅੱਜ ਜੋ ਨਰਾਦਰ ਕੀਤਾ, ਜੋ ਇਨਸਲਟ ਕੀਤੀ ਆ, ਸਾਰਾ ਮੀਡੀਆ ਦੇਖ ਰਿਹਾ ਕਿ ਤੁਸੀਂ ਗੇਟ ਨਹੀਂ ਖੋਲਿਆ, ਪੇਰੈਂਟਸ ਨੂੰ ਐਂਟਰੀ ਨਹੀਂ ਦਿੱਤੀ, ਕਿਸੇ ਦਾ ਕੋਈ ਸਵਾਗਤ ਨਹੀਂ ਕੀਤਾ। ਜੇ ਇਹੀ ਬੰਦੇ ਫੀਸਾਂ ਲੈ ਕੇ ਆਉਣ ਤੇ ਤੁਹਾਡੇ ਗੇਟਕੀਪਰ ਨੇ 1 ਮਿੰਟ ਲਾਉਣਾ ਸੀ ਗੇਟ ਖੋਲ੍ਹਣ ਵਾਸਤੇ। ਅੱਜ ਫੀਸਾਂ ਘਟਾਉਣ ਦੀ ਗੱਲ ਆ ਰਹੀ ਆ, ਅੱਜ ਇਹਨਾਂ ਦੀ ਨਰਾਦਰੀ ਹੋਈ ਹੈ, ਇਹ ਬਹੁਤ ਮਾੜੀ ਗੱਲ ਹੈ। ਜਿੰਨੀਆਂ ਤੁਹਾਨੂੰ ਮੰਗਾਂ ਦੱਸੀਆਂ ਜੇ ਤਾਂ ਤੁਸੀਂ ਨੋਟ ਡਾਊਨ ਕਰ ਲਈਆਂ ਤਾਂ ਬਹੁਤ ਵਧੀਆ। ਤੁਸੀਂ ਆਖੋ ਤਾਂ ਲਿਖਤੀ ਤੌਰ ਤੇ ਅਸੀਂ ਤੁਹਾਨੂੰ ਦੇ ਦਿੰਦੇ। ਇੱਕ ਫਸਟ ਵਿੱਚ ਆ, ਇੱਕ ਥਰਡ ਵਿੱਚ ਆ, 2 ਫੋਰਥ ਵਿੱਚ ਆ, ਸਾਡੇ 4 ਬੱਚੇ ਆ ਰਹੇ ਸੀ। ਅੱਜ ਤੁਸੀਂ ਧਰਨਾ ਲਾਇਆ, ਕੀ ਮੰਗ ਕੀ ਹੈ? ਮੰਗ ਸਾਡੀ ਇਹ ਹੈ ਕਿ ਸਾਡੇ ਜਿਹੜਾ ਐਨੂਅਲ ਚਾਰਜਸ ਮੰਗ ਰਹੇ ਆ ਇਹ 50% ਡਿਸਕਾਊਂਟ ਸਾਨੂੰ ਦਿਓ। 50% ਫੁੱਲ ਮੰਗਦੇ ਪਏ ਤੁਹਾਡੇ ਤੋਂ? ਲੈਸ ਚਾਹੀਦੀ ਆ। ਹਾਂ ਸਾਡੀ ਮੇਨ ਪ੍ਰੋਬਲਮ ਪਹਿਲਾਂ ਜਿਹੜੇ
पिछले साल भी ਅਸੀਂ ਬੱਚੇ ਭੇਜੇ ਨਾ ਇਹਨਾਂ ਨੇ ਕਿਹਾ ਕਿ 2 ਮਹੀਨੇ ਤੁਸੀਂ ਐਡਵਾਂਸ ਫੀਸ ਦੇ ਦਿਓ ਸਾਨੂੰ ਵੈਨ ਚਾਰਜ ਅਸੀਂ ਉਹ ਇਹਨਾਂ ਨੂੰ ਜਮ੍ਹਾਂ ਕਰਵਾਤੀ ਠੀਕ ਆ ਇਹਨਾਂ ਨੇ ਜਿਨ੍ਹਾਂ ਨੇ ਨਾ ਕਿਸੇ ਨੇ ਗੱਲ ਕੀਤੀ ਆ ਪੇਰੈਂਟਸ ਨੇ ਆ ਕੇ ਮੈਡਮ ਨੇ ਤਾਂ ਉਹਨਾਂ ਨੇ ਤਾਂ ਐਡਜਸਟ ਕਰ ਲਈ ਅਗਲੀ ਫੀਸ ਵਿੱਚ ਜਿਹੜੇ ਕੋਈ ਘਰ ਬੈਠੇ ਆ ਕੋਈ ਨਹੀਂ ਗੱਲ ਕਰ ਰਹੇ ਉਹਨਾਂ ਦੀ ਐਡਜਸਟਮੈਂਟ ਕੋਈ ਨਹੀਂ ਫੀਸ ਵਿੱਚ ਕੀਤੀ ਜਦ ਕਿ ਕਹਿੰਦੇ ਅਸੀਂ ਵਾਪਸ ਦੇ ਹੀ ਨਹੀਂ ਸਕਦੇ ਹੈਗੇ ਐਡਵਾਂਸ ਲੈ ਲਈ ਉਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਧਰਨੇ ਤੇ ਬੈਠੇ ਨੂੰ? ਸਾਨੂੰ ਸਵੇਰ ਦੇ ਅਸੀਂ 11 ਵਜੇ ਤੱਕ ਆਏ ਸੀ ਅਸੀਂ ਫਰਾਈਡੇ ਦੇ ਆਏ ਸੀ ਅੱਛਾ, ਪਹਿਲਾਂ ਐਪਲੀਕੇਸ਼ਨ ਦੇ ਕੇ ਗਏ ਆ ਤੁਸੀਂ? ਐਪਲੀਕੇਸ਼ਨ ਮੈਮ ਨੂੰ ਦਿੱਤੀ ਸੀ ਇਹਨਾਂ ਨੇ ਵੈਡਨਸਡੇ ਦਾ ਟਾਈਮ ਦਿਆ ਸੀਗਾ ਹਾਂਜੀ। ਸਾਨੂੰ ਥਰਸਡੇ ਫੈਸਲਾ ਡਿਸੀਜਨ ਦੇਵਾਂਗੇ ਕਿੰਨੇ ਦਿਨ ਹੋ ਗਏ ਐਪਲੀਕੇਸ਼ਨ ਦਿੱਤੇ ਨੂੰ? ਐਪਲੀਕੇਸ਼ਨ ਇਹਨਾਂ ਨੂੰ ਦਿੱਤੀ ਸੀਗੀ 1 ਹਫ਼ਤਾ ਹੋ ਗਿਆ ਠੀਕ। ਮੇਰਾ ਨਾਮ ਹੈ ਰੇਣੂ ਜੋਸ਼ਨ, ਮੈਂ ਐਡਵੋਕੇਟ ਆ। ਮੇਰਾ ਬੱਚਾ ਇੱਥੇ 3rd ਕਲਾਸ ਦੇ ਵਿੱਚ ਪੜ੍ਹਦਾ ਹੈ। ਪਹਿਲਾਂ ਤਾਂ ਹਾਈ ਕੋਰਟ ਨੇ ਜੋ ਇਨਸਟਰਕਸ਼ਨਸ ਦਿੱਤੀਆਂ ਹੋਈਆਂ ਉਹਨਾਂ ਨੇ ਇਹ ਕਿਹਾ ਸੀ ਵੀ ਜਿੰਨਾ ਚਿਰ ਕਰੋਨਾ ਪੀਰੀਅਡ ਚੱਲੂਗਾ ਉਹਨਾਂ ਚਿਰ ਇਹ ਕੋਈ ਐਨੂਅਲ ਚਾਰजेस ਕੋਈ ਐਡਮਿਸ਼ਨ ਫੀਸ ਕੁਝ ਵੀ ਨਹੀਂ ਲੈ ਸਕਦਾ ਟਿਊਸ਼ਨ ਫੀਸ ਤੋਂ ਇਲਾਵਾ। ਪਰ ਇਹ ਸਾਡੇ ਕੋਲ ਐਨੂਅਲ ਚਾਰजेस ਮੰਗ ਰਹੇ ਆ, ਉਹ ਵੀ ਥੋੜੇ ਬਹੁਤੇ ਨਹੀਂ ਮੰਗ ਰਹੇ, 10-10 15-15 ਹਜ਼ਾਰ ਰੁਪਏ ਐਨੂਅਲ ਚਾਰजेस ਮੰਗ ਰਹੇ ਆ। और सानू लगातार किया जा रहा है कि एनुअल चार्जेस दो नहीं तो बच्चे नूं असीं जी नाम कट दिता जाऊगा। एक दिन मैनूं लिटरली फोन आया इन्हां दे मैडम का शाम 5 बजे कहंदे जी अज लास्ट दिन है नहीं तो जे तुसीं अज फीस जमा कराती तो कराती नहीं तो उस तो बाद तुहाडे बच्चे का नाम जिहड़ा 6 बजे कट दांगे असीं कल तो थोड़े बच्चों दी ऑनलाइन क्लासेस नहीं लगणगियां। और हाई कोर्ट की बड़ी क्लीयर साइटेशन है भी चाहे कोई बच्चा फीस दिंदा है चाहे नहीं दिंदा ਉਹਦਾ ਨਾ ਤਾਂ ਇਹ ਨਾਮ ਕੱਟ ਸਕਦੇ ਆ ਨਾ ਉਹਨੂੰ ਫੇਲ ਕਰ ਸਕਦੇ ਆ। ਪਰ ਇਹ ਹਾਈ ਕੋਰਟ ਦੇ ਅਗੇਂਸਟ ਜਾ ਕੇ ਸਾਨੂੰ ਇਹ ਧਮਕੀਆਂ ਦੇ ਰਹੇ ਆ। ਉਸ ਤੋਂ ਇਲਾਵਾ ਜਿਹੜਾ ਸਕੂਲ ਹੈ ਇਹਨਾਂ ਨੇ 15 ਫਰਵਰੀ 2021 ਦੇ ਵਿੱਚ ਇੱਕ ਖਬਰ ਲਵਾਈ ਸੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀ 50% ਜਿਹੜਾ ਹੈ ਅਸੀਂ ਫੀਸ ਲੈਸ ਕਰਾਂਗੇ ਕਰੋਨਾ ਪੀਰੀਅਡ ਕਰਕੇ। ਪਰ ਅੱਜ ਇਹ ਸਾਨੂੰ ਇਹ ਜਵਾਬ ਦੇ ਰਹੇ ਆ ਵੀ ਜਿਹੜੀ ਉਹ ਫੀਸ ਲੈਸ ਹੋਣੀ ਹੈ ਸਿਰਫ ਨਵੇਂ ਬੱਚਿਆਂ ਦੀ ਹੋਣੀ ਹੈ, ਉਹ ਐਡਮਿਸ਼ਨ ਦੇ ਵਿੱਚੋਂ ਹੋਣੀ ਹੈ। ਅਸੀਂ ਤਾਂ ਫੀਸ ਕਦੇ ਕਿਹਾ ਹੀ ਨਹੀਂ। ਇਸ ਕਰਕੇ ਪੇਰੈਂਟਸ ਜਦ ਕਿ ਨਵੇਂ ਬੱਚਿਆਂ ਤੋਂ ਪੂਰੀ ਫੀਸ ਲੈ ਰਹੇ ਆ। ਔਰ ਜਿਹੜਾ ਹੁਣ ਤੱਕ ਹਾਈ ਕੋਰਟ ਦੀਆਂ ਇਹੀ ਗਾਈਡਲਾਈਨਸ ਹੈ, ਸੁਪਰੀਮ ਕੋਰਟ ਤੱਕ ਦੀਆਂ ਇਹੀ ਗਾਈਡਲਾਈਨਸ ਹੈ ਵੀ ਕੋਈ ਵੀ ਸਕੂਲ ਟਿਊਸ਼ਨ ਫੀਸ ਤੋਂ ਇਲਾਵਾ ਕੋਈ ਚਾਰजेस ਨਹੀਂ ਲਾਊਗਾ। ਔਰ ਪਰ ਇਹ ਸਾਨੂੰ ਜਿਹੜਾ ਐਨੂਅਲ ਚਾਰजेस ਦੇਣ ਲਈ ਦਬਾਅ ਬਣਾ ਰਹੇ ਆ ਲਗਾਤਾਰ। ਇਸ ਬਾਰੇ ਜਿਹੜਾ ਪੇਰੈਂਟਸ ਨੇ ਸੈਚਰਡੇ ਨੂੰ ਵੀ ਇਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ। ਇਹਨਾਂ ਨੇ ਕਿਹਾ ਸੀ ਬੁੱਧਵਾਰ ਤੱਕ ਦਾ ਟਾਈਮ ਦਿਓ, ਮੈਂ ਮੈਨੇਜਮੈਂਟ ਨਾਲ ਗੱਲ ਕਰਕੇ ਤੁਹਾਡੇ ਜਿਹੜੇ ਚਾਰजेस ਆ ਉਹਨਾਂ ਦੇ ਵਿੱਚ ਕੋਈ ਕਨਸੈਸ਼ਨ ਦਵਾ ਦੂੰਗੀ। ਪਰ ਅੱਜ ਫਿਰ ਅਸੀਂ ਵੀਰਵਾਰ ਨੂੰ ਆਏ ਆ, ਸਾਨੂੰ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ। ਕਿੰਨੀ ਦੇਰ ਹੋ ਗਈ ਇੱਥੇ ਧਰਨੇ ਤੇ ਬੈਠੇ ਨੂੰ? ਅੱਜ ਅਸੀਂ ਸਵੇਰ ਤੋਂ ਇੱਥੇ 10 ਵਜੇ ਤੋਂ ਬੈਠੇ ਆ ਪਰ ਹਜੇ ਤੱਕ ਮੈਡਮ ਪ੍ਰਿੰਸੀਪਲ ਬਾਹਰ ਆਏ ਸੀ, ਉਹ ਸਿਰਫ ਸਾਨੂੰ ਇੰਨਾ ਕਹਿ ਕੇ ਚਲੇ ਗਏ ਆ। ਕਹਿੰਦੇ ਜੀ 2 ਬੰਦੇ ਆ ਕੇ ਗੱਲ ਕਰ ਲਓ ਜਾਂ ਮੈਂ ਮੈਨੇਜਮੈਂਟ ਨਾਲ ਗੱਲ ਕਰੂੰਗੀ, ਉਸ ਤੋਂ ਬਾਅਦ ਮੈਂ ਦੇਖੂੰਗੀ ਕੀ ਕਰਨਾ। ਹੁਣ ਡਿਮਾਂਡ ਕੀ ਹੈ ਜੀ? ਸਾਡੀ ਡਿਮਾਂਡ ਇਹੀ ਹੈ ਵੀ ਇੱਕ ਤਾਂ ਜਿਹੜੇ ਕਰੋਨਾ ਪੀਰੀਅਡ ਕਰਕੇ ਸਾਡੇ ਬੱਚਿਆਂ ਤੋਂ ਸਿਰਫ ਟਿਊਸ਼ਨ ਫੀਸ ਜਿਹੜੀ ਹੈ ਉਹ ਵੀ 50% ਲਈ ਜਾਵੇ ਜਿਸ ਤਰ੍ਹਾਂ ਕਿ ਹਾਈ ਕੋਰਟ ਦੀਆਂ ਗਾਈਡਲਾਈਨਸ ਹੈ। ਔਰ ਉਸ ਤੋਂ ਇਲਾਵਾ ਸਾਡੇ ਤੋਂ ਕੋਈ ਚਾਰजेस ਨਾ ਲਈ ਜਾਣ। ਵੈਨ ਦੀ ਫੀਸ ਜਿੰਨੇ ਦਿਨ ਸਾਡੇ ਬੱਚੇ ਆਉਂਦੇ ਆ ਉਹਨੇ ਦਿਨ ਦੀ ਲਈ जावे, बाकी कोई वैन का साढ़े को चार्ज ना दिया जाए। पहले तो मैं ये जो धरना लगाया है मैं इसके हक में ही नहीं हूँ। अगर स्कूल मैनेजमेंट प्रिंसिपल ऑफिस पूरा रिस्पेक्टफुली इज़्ज़त के साथ उनकी डिमांड्स को सुनने के लिए तैयार है, उनके साथ कॉम्प्रोमाइज़ करने के लिए तैयार है, जो स्कूल की मर्यादा है, जो स्कूल की लिमिटेशंस हैं, वहाँ तक अगर हम कॉम्प्रोमाइज़ करने को तैयार हैं तो मेरे को लगता है कि धरने का मकसद ही कोई नहीं था। धरना होता है प्रोटेस्ट में। प्रोटेस्ट किस चीज़ का? जब स्कूल मैनेजमेंट प्रिंसिपल हम आपकी सारी डिमांड्स को सुनने के लिए तैयार भी हैं और साथ ही में जहाँ तक स्कूल की कैपेसिटी होगी, जहाँ तक हम अपने फाइनेंशियल बजट को लुक आफ्टर करते हुए जहाँ तक हम एडजस्ट कर सकते हैं हम करने को तैयार हैं। तो धरने का यह मकसद ही नहीं था। लेकिन आज लग गया ना धरना लग गया तो आप भी इस चीज़ को समझते हैं कि उसमें मेरे पेरेंट्स कम हैं, उसमें सोशल एक्टिविस्ट ज़्यादा हैं। कुछ अनआइडेंटिफाइड और अनफेमिलियर चेहरे हैं जिन्हें मैं जानती नहीं हूँ, जो मेरे स्कूल के पेरेंट्स भी नहीं हैं। तो आप बताइए कि बीइंग अ टीचर, बीइंग अ प्रिंसिपल, क्या मैं उन लोगों को आंसरेबल हूँ फीसों के लिए या एनुअल चार्जेस के लिए? शायद नहीं। डिमांड थी, एक पेरेंट्स की एक डिमांड आई कुछ दिन पहले, एक ग्रुप पेरेंट्स का आया। जितनी मुझे परमिशन थी मैनेजमेंट की तरफ से, जो मेरी पावर्स में था, दैट मच डिस्काउंट एंड वेव ऑफ आई हैव ऑलरेडी ऑफर्ड। उसके साथ वो सेटिस्फाइड नहीं थे। उन्हें मैंने बोला कि कोई बात नहीं, आप एक एप्लीकेशन दीजिए, मैनेजमेंट के साथ डिस्कशन करेंगे। उसके बाद ये नेक्स्ट ग्रुप आ गया। नेक्स्ट ग्रुप ने सीधा ही ये कहा, अब अगर मैं ज़िद्द पे अड़ जाऊँ, मैं बिल्कुल पूरा लेना है, पेरेंट्स कहें हमें कुछ नहीं देना है, तो कॉम्प्रोमाइज़ नहीं हो पाता। कॉम्प्रोमाइज़ करने के लिए कुछ मुझे रिलैक्सेशन देनी पड़ेंगी और कुछ रिलैक्सेशंस पेरेंट्स को भी अपने माइंड में लेके चलनी पड़ेंगी। उसके बाद जैसे ही इनके साथ बातचीत हुई, बातचीत करने के 15 मिनट के बाद, 10 मिनट के बाद सोशल नेटवर्क पे एक न्यूज़ फ्लैश होती है कि 12 तारीख को हनुमत स्कूल में धरना। तो इन्होंने मुझे मैनेजमेंट के साथ बात करने का मौका कहाँ दिया? अगर मौका दिया होता, मेरे को पीस ऑफ माइंड के साथ, एक पीसफुली माइंड के साथ मैं मैनेजमेंट के साथ बैठती, पेरेंट्स की प्रॉब्लम को डिस्कस करती, उन्हें एहसास कराती, कुछ डिसीजन लिया जाता। डिसीजन देने के लिए समय और माहौल देना ज़रूरी है।
डिमांड्स, अब उनकी डिमांड्स आई थिंक सो, मेरे को आप सभी लोग बाहर ही थे, उनकी डिमांड्स थी कि जो उनकी जो ट्यूशन फीस है बच्चों की, जो हम मंथली ट्यूशन फीस देते हैं, उसे 50% वेव ऑफ किया जाए, जो कि पॉसिबल नहीं है, बिकॉज वी हैव ऑल्सो अ टीम ऑफ मोर देन 70 टीचर्स एट द बैक विच आर टू बी सपोर्टेड विद द फाइनेंस, उनकी भी कुछ फाइनेंशियल नीड्स हैं। उसके बाद एनुअल चार्जेस की बात है, एनुअल चार्जेस पूरा वेव ऑफ किया जाए। तीसरी डिमांड थी ट्रांसपोर्टेशन को आधा किया जाए। बाकी मैंने उन्हें यही रिक्वेस्ट किया है कि आप अपना मेमोरेंडम हमें दे दीजिए, उसके बाद मैनेजमेंट इसके ऊपर बैठेगी, चर्चा करेगी, डिस्कशन होगी, जो रिजल्ट होगा, जितनी भी तारीख 17-18 हम फाइनल कर लेते हैं, तब ये फैसला दे दिया जाएगा। लेकिन एनुअल चार्जेस को वो कह रहे हैं 50% कर दिया जाए, लेकिन वो भी आपको देखिए एनुअल चार्जेस की बात ऐसे है मिस्टर मनीष, लास्ट ईयर स्कूल वाज ओपन इन द मंथ ऑफ नवंबर में स्कूल खुल गया, नवंबर, दिसंबर, जनवरी, फरवरी, मार्च, 5 महीने स्कूल चला। इवन कोर्ट की गाइडलाइंस भी थी कि जितनी पिछले साल की फ़ीस है उसमें कुछ डिस्काउंट करके बाकी पैसे को 6 इक्वल मंथली इंस्टॉलमेंट्स में डिवाइड करके आप पेरेंट्स से अगस्त की डेट तक ले सकते हैं। हमने लेकिन फिर भी मैनेजमेंट ने बड़ा ग्रेशियसली, बड़े दिल के साथ वो पैसा हमने मांगा ही नहीं पेरेंट्स से। वी डिडंट डिमांड एनीथिंग इन द नेम ऑफ एनुअल चार्जेस। सिर्फ ट्यूशन फीस, मंथली ट्यूशन फीस के अलावा स्कूल ने पिछले साल कुछ भी चार्ज नहीं किया। इस साल आपने भी देखी होंगी गाइडलाइंस ऑफ द ऑनरेबल सुप्रीम कोर्ट ऑफ इंडिया, उन्होंने क्लियर किया कि इस साल जो पिछले साल का डिसीजन था वो 2021-22 के स्टेटस को इफ़ेक्ट नहीं करेगा। अब पेरेंट्स को जब स्कूल कहता है, जैसे स्कूल कहता है, वो पेरेंट्स को फीसें देनी पड़ेंगी। जब अप्रैल में स्कूल खुला तो वी हैड डिस्कशंस विद द पेरेंट्स, उनसे बात हुई, मैडम अभी तो स्कूल खुला नहीं, अभी हम एनुअल चार्जेस नहीं होंगे। अब नाउ द स्कूल इज़ ओपन ऑन 2 अगस्त एज पर द डायरेक्शंस ऑफ द गवर्नमेंट ऑफ पंजाब। स्कूल खोला गया, पेरेंट्स को रिक्वेस्ट किया गया कि जो पेरेंट्स स्कूल भेजना चाहते हैं बच्चों को ऑफलाइन में, तो वो काइंडली अपने एनुअल चार्जेस डिपॉजिट करवा दें। डिपॉजिट करवाने का एक सर्कुलर गया, उसके बाद पेरेंट्स का एक ग्रुप हमारे पास इकट्ठा, जैसे मैंने अपने पहले ही वर्ड्स में कहा कि पहला ग्रुप हमारे पास फ्राइडे आया, उसके बाद ये ग्रुप परसों आया, तो ग्रुप्स इकट्ठे होके आ रहे हैं। मुझे सोचने का मौका देंगे, बात करने का मौका देंगे, तभी मैं बात कर पाऊंगी। बात होने के 15 मिनट बाद ही धरने की न्यूज़ फ्लैश हो जाती है पूरे सोशल मीडिया पे, और हमारे बच्चों के बीच में भी वो न्यूज़ फ्लैश हो रही है। बच्चे आपस में क्लास के ग्रुपों में बात कर रहे हैं कि क्या हम उस धरने पे जाएं। मेरी पेरेंट्स से यही अनुरोध है कि बच्चों का भविष्य ख़राब ना करें, बच्चों को इन चीज़ों से, ऐसी पॉलिटिकल गतिविधियों से दूर रखें, क्योंकि मेरे देश की यही वेल्थ है। यूथ इज़ द वेल्थ ऑफ माई नेशन। इसे ना खराब करें। जो भी मुद्दा है हम यहाँ पर बैठकर बात करने को उसके ऊपर तैयार हैं। मैडम मापिਆਂ ਵੱਲੋਂ 17 ਤਰੀਕ ਨੂੰ ਤੁਹਾਡਾ ਇੱਕ ਮੰਗ ਪੱਤਰ ਦਿੱਤਾ ਜੀ, ਆਪਣੀ ਮੰਗਾਂ ਆ, ਜੇ ਨਾ ਮੰਨੇ ਤਾਂ 17 ਤਰੀਕ ਨੂੰ ਕਿਤੇ ਵੱਡੇ ਪੱਧਰ ਤੇ ਧਰਨਾ ਲਾਵਾਂਗੇ जी। और उसके लिए देखिए, अब मैंने उन्हें बाहर कह दिया, जितने भी लोग वहाँ पे खड़े थे, कि आप अपना मेमोरेंडम मुझे प्रोड्यूस कीजिए। उसके बाद ये डिसीजन, जितने भी फाइनेंशियल मैटर्स हैं, फाइनेंशियल जो भी हमने डिसीजन लेने हैं, दैट इज़ टू बी डन इन द प्रेजेंस ऑफ द एंटायर बोर्ड ऑफ द स्कूल। स्कूल की मीटिंग बैठेगी, मैनेजमेंट बैठेगी, उसमें ये डिसीजन ले सकती हूँ। मैम आपका जो स्टाफ है उनको भी सैलरी नहीं दी जा रही? हाँ जी, स्टाफ को भी सैलरी पूरी नहीं दी जा रही या ज़्यादातर नहीं दी गई? नहीं, ऐसा नहीं हुआ कि ज़्यादातर नहीं दी गई। हाँ, उसमें कुछ डिडक्शन ज़रूर की गई हैं। आपको भी पता है कि स्कूल्स आर ऑल्सो अंडरगोइंग अ वेरी क्रूशल स्टेट ऑफ फाइनेंशियल क्रंच, जिसके मद्देन आपके सामने ये मैं लिस्ट रख सकती हूँ। ये मैंने अभी अपने जो भी कुछ इनके रिप्रेजेंटेटिव आए थे, ये आप देखिए कि मेरे पास 48 लाख की इस साल की बैलेंस अमाउंट है। आप चेक कर सकते हैं, किसी पेरेंट्स का 5000 है, किसी का 15 है, किसी का 20 भी होगा। आप इसे भी ज़रूर फ्लैश करिए कि स्कूल का अभी तक इस साल का सितंबर का 48 लाख स्कूल कैसे गुजारा करेगा। अगर 48 लाख आज की अमाउंट डेट में पेंडिंग पड़ा हुआ है, स्कूल किस तरीके से सर्विस मैनेज करेगा, स्कूल अपने रनिंग एक्सपेंडिचर्स किस तरीके से कवर करेगा। ये बैलेंस 2019 का है। 2019 में ये जो पैसे हमारे डेड हो गए, बैड डेट्स, जो हम रिकवरी नहीं कर पाए, उसके बाद स्टडी नहीं करवाई, टीचर्स ने स्टडी करवाई राइट फ्रॉम द वेरी बिगनिंग। माय डियर ब्रदर, उसका सिर्फ यही जवाब है कि जब स्कूल के पास फाइनेंसेस ही नहीं होंगे, अपनी जेब में अगर पैसा नहीं है ना, घर में अगर बच्चा भी अपना पैसा मांगता है तो वो भी अच्छा नहीं लगता। तो ये थोड़ी सी हमने स्टाफ की सपोर्ट के साथ ये कुछ एडजस्टमेंट की थी। दिस वाज ऑल अबाउट। बिल्कुल 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 बिल्कुल। तो मैंने कोई नहीं करती, बाकी स्कूल हैं, बाकी स्कूल जो CBSE हैं उन्होंने 50% एनुअल कराया। जी जी, एग्जैक्टली। तो आपका एनुअल चार्जेस जो है वो डबल है। जिन्होंने 50% लास्ट ईयर किया, जिस भी ABCD किसी भी नेबरिंग में, अभी एक्सप्लेन करना चाहती हूँ, जिस भी किसी नेबरिंग स्कूल ने किया, उन्होंने लास्ट टाइम 50% किया।
लास्ट टाइम 50%। लास्ट टाइम ये नहीं उन्होंने अब आई विल नॉट कोट द नेम ऑफ द स्कूल, राइट, उसमें 50% किया। हम भी, अब मुझे मौका तो दे मैनेजमेंट से बात करने का। 25 मैंने पहले से ही अनाउंस कर दिया था कि आई विल बी गोइंग टू पुट फॉरवर्ड माई प्रपोजल बिफोर मैनेजमेंट विल बी रेडी टू डू दैट। लेकिन अब आगे के लिए मुझे मौका देंगे तो मैं बात कर पाऊंगी। अगर मौका ही नहीं देंगे, फीसें माफ़ कर दें, इधर एक तरफ आप सैलरी की पूरी बात करें, अगर फीसें भी हम आधी कर देंगे तो स्टाफ की सैलरीज कहाँ से कंपनसेट हो पाएंगी? आप इन बैलेंसेस को तो लुक एक बार नज़र तो डालिए कि कितनी हैवी अमाउंट्स हैं, कितने लॉसेस में है स्कूल्स। जो वीक यूनिट है वो चल ही नहीं पाए। स्कूल है, पेरेंट्स का है, बच्चों से स्कूल चलता है। पेरेंट्स को अगर हम कुछ उनकी जायज़ डिमांडों को सुनने के लिए तैयार है तो उन्हें भी तो स्कूल के स्टेटस को, स्कूल उनसे है। ये बैलेंस मैम बता रहे हो आप, ये ट्यूशन फीस है? ये सिर्फ ट्यूशन फीस, सिर्फ ओनली ट्यूशन फीस। इट इज़ नॉट अ बैलेंस ऑफ एनुअल चार्ज एंड ऑल। ये सिर्फ ट्यूशन फीस का बैलेंस है। ये 2021 की जो लास्ट ईयर के जो बैलेंस है, जो हमारे बैड डेट्स में गए, जो रिकवरी नहीं हो पाई, लेकिन इनमें से कुछ बच्चे फिर भी हमने एडजस्ट करके उनको कुछ डिस्काउंट्स देके यहाँ पे एडजस्ट किया हुआ 2021-22 में।